ਸਾਨੂੰ ਜੈ ਮਸੀਹ ਕੀ। ਪਰਮੇਸ਼ਰ ਦਾ ਧੰਨਵਾਦ ਹੈ, ਪਰਮੇਸ਼ਰ ਨੇ ਅੱਛਾ ਸਮਾਂ ਦਿੱਤਾ ਸਾਡੇ ਜੀਵਨ ਦੇ ਵਿੱਚ। ਗ੍ਰੇਸ ਹੈ ਜੀ ਪ੍ਰਾਰਥਨਾ ਭਵਨ ਵੱਲੋਂ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਔਰ ਸਭ ਨੂੰ ਫਿਰ ਇੱਕ ਵਾਰੀ ਯੀਸ਼ੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਕੀ। ਪਰਮੇਸ਼ਰ ਸਭ ਨੂੰ ਆਸ਼ੀਸ਼ ਦੇ। ਆਓ ਅਸੀਂ ਹੁਣ ਪਵਿੱਤਰ ਪ੍ਰਭੂ ਦੇ ਪਵਿੱਤਰ ਬਚਨ ਨੂੰ ਸੁਣਨ ਵਾਸਤੇ ਜਾਵਾਂਗੇ ਔਰ ਸਿੱਖਾਂਗੇ ਅਸੀਂ ਪਰਮੇਸ਼ਰ ਦੇ ਬਚਨ ਨੂੰ, ਕਿਉਂਕਿ ਪਰਮੇਸ਼ਰ ਦਾ ਬਚਨ ਜਿਉਂਦਾ ਹੈ। ਪਰਮੇਸ਼ਰ ਦਾ ਬਚਨ ਸਾਡੀ ਅਗਵਾਈ ਕਰਦਾ ਹੈ ਔਰ ਪਰਮੇਸ਼ਰ ਦਾ ਬਚਨ ਸਾਨੂੰ ਆਸ਼ੀਸ਼ ਦਿੰਦਾ ਹੈ। ਪਰਮੇਸ਼ਰ ਦਾ ਬਚਨ ਸਾਨੂੰ ਵਧਾਉਂਦਾ ਹੈ, ਕਿਉਂਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਹੀ ਪਰਮੇਸ਼ਰ ਆਪਣੇ ਪਰਮੇਸ਼ਰ ਵਚਨ ਤੋਂ ਪਰਮੇਸ਼ਰ ਬਾਹਰ ਹੋ ਕੇ ਕੁਛ ਵੀ ਨਹੀਂ ਕਰਦਾ। ਇਸ ਕਰਕੇ ਅਸੀਂ ਪ੍ਰਭੂ ਦੇ ਵਚਨ ਨੂੰ ਸਾਡੇ ਲਈ ਜੀਵਨ ਦੇ ਵਿੱਚ ਰੱਖਣਾ, ਸੁਣਨਾ, ਰੱਖਣਾ ਔਰ ਉਹਦੇ ਮੁਤਾਬਕ ਚੱਲਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਤਾਂ ਆਈਏ ਜਲਦੀ ਅਸੀਂ ਥੋੜ੍ਹੇ ਸਮੇਂ ਦੇ ਲਈ ਪਰਮੇਸ਼ਰ ਦੇ ਵਚਨ ਦੇ ਅੱਜ ਗੌਰ ਕਰਾਂਗੇ। ਰੋਮੀਆਂ ਦੀ ਪੱਤਰੀ ਉਸ ਦਾ 12ਵਾਂ ਅਧਿਆਏ ਉਸ ਦਾ ਦੂਸਰਾ ਵਚਨ ਜਿਹੜਾ ਉਹ ਆਪਾਂ ਪੜ੍ਹਾਂਗੇ। ਰੋਮੀਆਂ ਦੀ ਪੱਤਰੀ ਉਸ ਦਾ 12ਵਾਂ ਅਧਿਆਏ ਉਸ ਦਾ ਦੂਸਰਾ ਵਚਨ ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਤੋ ਆइए ਹੋਰ ਕੁਛ ਪੜ੍ਹੇ, ਜਿਹਨੂੰ ਮਿਲ ਗਿਆ ਪੜ੍ਹੀਏ ਜल्दी। हाँ, प्रेम निष्ठ नहीं 2 है 2 रोमियो की पत्री 12 की 2। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਓ ਭਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਹਾਂ, ਇੱਥੇ ਅਸੀਂ ਪਰਮੇਸ਼ਰ ਦੇ ਵਚਨ 'ਚ ਪੜ੍ਹਦੇ ਹਾਂ ਕਿ ਪਰਮੇਸ਼ਰ ਦਾ ਵਚਨ ਦੱਸਦਾ ਸਾਨੂੰ ਕਿ ਤੁਸੀਂ ਇਸ ਯੁੱਗ ਦੇ ਸਰੂਪ ਜਿਹੇ ਨਹੀਂ ਬਣਨਾ। ਮਤਲਬ ਪਰਮੇਸ਼ਵਰ ਨੇ ਸਾਨੂੰ ਇਸ ਯੁੱਗ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਚੁਣਿਆ, ਪਰਮੇਸ਼ਵਰ ਨੇ ਸਾਨੂੰ ਅਲੱਗ ਕੀਤਾ, ਪਰਮੇਸ਼ਵਰ ਨੇ ਸਾਨੂੰ ਵੱਖਰੇ ਕੀਤਾ। ਅਤੇ ਪਰਮੇਸ਼ਵਰ ਦੇ ਗੁਣ ਜਿਹੜੇ ਆ ਉਹ ਲਿਖਿਆ, ਪਰਮੇਸ਼ਵਰ ਦੇ ਗੁਣ ਜਿਹੜੇ ਆ ਉਹ ਸਾਡੇ ਜੀਵਨ 'ਚ ਹੋਣੇ ਚਾਹੀਦੇ ਆ। ਜਦੋਂ ਅਸੀਂ ਪਰਮੇਸ਼ਵਰ ਨੂੰ ਲਿਖਿਆ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ। ਉਹਦਾ ਮਤਲਬ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਏ ਹਾਂ ਫਿਰ ਸਾਡੇ ਜੀਵਨ ਦੇ ਵਿੱਚ ਕੀ ਹੋਣਾ ਚਾਹੀਦਾ, ਇੱਕ ਬਦਲਾਹਟ ਹੋਣੀ ਚਾਹੀਦੀ ਆ। ਇੱਕ ਦੂਸਰੇ ਲੋਕਾਂ ਨੂੰ ਦਿਸਣਾ ਚਾਹੀਦਾ ਕਿ ਸੱਚਮੁੱਚ ਇਹਨਾਂ ਦਾ ਜੀਵਨ ਕੀ ਆ, ਬਦਲਿਆ ਹੋਇਆ ਆ, ਇਹ ਅਲੱਗ ਆ। ਮਤਲਬ ਮੈਂ ਇੱਥੇ ਸਾਫ਼ ਦੱਸਣਾ ਚਾਹੁੰਦਾ ਵੀ ਅਸੀਂ ਜਿਹੜੇ ਵਿਸ਼ਵਾਸੀ ਆ, ਦੀਵਾਲੀ ਦੁਸਹਿਰੇ ਵਾਲੇ ਵਿਸ਼ਵਾਸੀ ਨਹੀਂ ਬਣਨਾ ਅਸੀਂ, ਕਿਉਂਕਿ ਪਹਿਲਾਂ ਅਸੀਂ ਵੀ ਉਹੋ ਹੀ ਸੀਗੇ, ਪਹਿਲਾਂ ਵੀ ਉਹ ਲੋਕਾਂ ਵਾਂਗੂ ਅਸੀਂ ਕੰਮ ਕਰਦੇ ਸੀਗੇ। ਪਰ ਜਦੋਂ ਦਾ ਪ੍ਰਭੂ ਨੂੰ ਅਸੀਂ ਗ੍ਰਹਿਣ ਕੀਤਾ, ਅਸੀਂ ਵਿਸ਼ਵਾਸੀ ਬਣੇ ਅਤੇ ਸਾਡੇ ਜੀਵਨ ਦਾ ਅਤੇ ਦੂਸਰਿਆਂ ਦੇ ਲੋਕਾਂ ਦੇ ਜੀਵਨ ਦਾ ਕੀ ਆ, ਅੰਤਰ ਆ, ਫਰਕ ਆ। ਔਰ ਕਿੱਦਾਂ ਫਰਕ ਆ, ਆਈਏ ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ। ਜਲਦੀ ਮੇਰੇ ਨਾਲ ਪੜ੍ਹੀਏ। ਪਹਿਲਾ ਪਤਰਸ ਉਹਦੀ 1:14 ਜਲਦੀ, ਜਿਹਨੂੰ ਮਿਲ ਗਿਆ ਜਲਦੀ ਪੜ੍ਹਨ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਜਲਦੀ ਪਰਮੇਸ਼ਰ ਦੇ ਵਚਨ ਨੂੰ ਸਿੱਖ ਸਕੀਏ। ਪਹਿਲਾ ਪਤਰਸ 1:14 ਪੜ੍ਹੀਏ ਜਲਦੀ। ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ, ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਹਾਂ, ਇੱਥੇ ਕੀ ਲਿਖਿਆ, ਪਹਿਲਾਂ ਜਿਹੜਾ ਸਾਡਾ ਚਾਲ ਚੱਲਣ ਸੀਗਾ, ਅਸੀਂ ਉੱਦਾਂ ਦੇ ਨਹੀਂ ਬਣਨਾ, ਬਲਕਿ ਅਸੀਂ ਕੀ ਕਰਨਾ, ਉਹਦੇ ਵਿੱਚ ਬਦਲਣਾ ਹੈ ਨਾ। ਪੜ੍ਹੋ ਦੁਬਾਰਾ ਉਸ ਨੂੰ। ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਹਾਂ, ਆਪਣੀ ਲਿਖਿਆ ਅਗਿਆਨਤਾ, ਬੱਚਿਆਂ ਵਾਂਗੂ ਅਗਿਆਨਤਾ ਜਿਹੜੀ ਹੈ ਨਾ। ਦੇਖੋ ਪ੍ਰਵਚਨ 'ਚ ਲਿਖਿਆ, ਜਦੋਂ ਆਪਾਂ ਮੱਤੀ ਦੀ ਇੰਜੀਲ ਉਹਦੀ ਅਗਿਆਨਤਾ ਕਿੱਥੋਂ ਆਉਂਦੀ ਆ, ਮੱਤੀ ਦੀ ਇੰਜੀਲ 13 ਅਧਿਆਏ ਜਦੋਂ 22 ਵਚਨ 'ਚ ਪੜ੍ਹਦੇ ਹਾਂ ਅਤੇ ਉੱਥੇ ਲਿਖਿਆ ਇੱਕ ਬੀਜ ਬੀਜਣ ਵਾਲੇ ਦੇ ਲਿਖਿਆ ਉਹ ਇੱਕ ਜਿਹੜਾ ਬੀਜ ਸੀਗਾ, ਤੀਸਰੇ ਨੰਬਰ ਦਾ ਬੀਜ ਲਿਖਿਆ, ਉਹ ਉਦਾਹਰਨ ਦਿੱਤੀ ਯਿਸੂ ਮਸੀਹ ਨੇ, ਉਹ ਝਾੜੀਆਂ ਵਿੱਚ ਡਿੱਗਿਆ
ਤੇ ਝਾੜੀਆਂ ਦਾ ਮਤਲਬ ਸੀਗਾ ਕਿ ਸੰਸਾਰ ਦੀ ਚਿੰਤਾ, ਧਨ ਦਾ ਧੋਖਾ, ਉਹਨੇ ਕੀ ਕੀਤਾ, ਉਹਨੂੰ ਦਬਾ ਲਿਆ ਤੇ ਉਹ ਅਫਾਲੀ ਰਹਿ ਗਿਆ। ਲਿਖਿਆ ਉਹ ਫਲ ਨਹੀਂ ਲੈ ਕੇ ਆਇਆ। ਤੇ ਇਹਦਾ ਮਤਲਬ ਕਿ ਕਈ ਵਾਰ ਅਗਿਆਨਤਾ ਸਾਡੇ ਜੀਵਨ 'ਚ ਇੱਥੋਂ ਆਉਂਦੀ ਆ ਕਿ ਸਾਨੂੰ ਚਿੰਤਾ, ਦੁਨੀਆ ਦੀਆਂ ਚਿੰਤਾ, ਦੁਨੀਆ ਦੀ ਨਕਲ ਕਰਨੀ ਆ, ਦੁਨੀਆ ਦੇ ਸਰੂਪ ਜੇ ਬਣਨਾ, ਮੈਂ ਵੀ ਉਹਦੇ ਵਰਗਾ ਬਣਨਾ, ਮੈਂ ਵੀ ਇਹਦੇ ਵਰਗਾ ਬਣਨਾ, ਇੱਦਾਂ ਦੀਆਂ ਚਿੰਤਾ ਜੋ ਸਾਡੇ ਜੀਵਨ 'ਚ ਆਉਂਦੀਆਂ ਤੇ ਉਹ ਸਾਨੂੰ ਕੀ ਕਰਦੀਆਂ, ਪ੍ਰਭੂ ਦੇ ਵਿੱਚ ਵਧਣ ਨਹੀਂ ਦਿੰਦੀਆਂ, ਬਲਕਿ ਪਰਮੇਸ਼ਰ ਤੋਂ ਪਿੱਛੇ ਲੈ ਜਾਂਦੀਆਂ ਸਾਨੂੰ। ਪਰ ਜਦੋਂ ਅਸੀਂ ਚਿੰਤਾ ਨਹੀਂ ਕਰਦੇ, ਮਿਹਨਤ ਕਰਦੇ ਹਾਂ, ਤੇ ਸੱਚਮੁੱਚ ਹੀ ਪਰਮੇਸ਼ਰ ਮਿਹਨਤ ਦਾ ਕੀ ਦਿੰਦੇ ਆ ਜੀ, ਫਲ ਦਿੰਦੇ ਆ। ਹਾਲੇਲੂਇਆ। ਚਿੰਤਾ ਨਹੀਂ ਕਰਦੇ, ਮਿਹਨਤ ਕਰਦੇ ਆ, ਤੁਰੇ ਜਾਂਦੇ ਆ, ਤੇ ਪਰਮੇਸ਼ਰ ਜ਼ਰੂਰ ਸਾਨੂੰ ਉਹਦਾ ਕੀ ਦਿੰਦਾ ਹੈ, ਫਲ ਦਿੰਦਾ ਹੈ। ਤੇ ਇਸ ਕਰਕੇ ਅਸੀਂ ਚਿੰਤਾ ਕਰਕੇ ਕੀ ਕਰਦੇ ਆ, ਅਸੀਂ ਪਰਮੇਸ਼ਰ ਦੇ ਵਚਨ ਨੂੰ ਦਬਾ ਦਿੰਦੇ ਹਾਂ, ਹੈ ਨਾ। ਉੱਥੇ ਲਿਖਿਆ, ਉਸ ਵਚਨ ਦੇ ਵਿੱਚ ਬਹੁਤ ਵਧੀਆ ਲਿਖਿਆ ਕਿ ਜਿਹੜਾ ਝਾੜੀਆਂ ਵਿੱਚ ਡਿੱਗਿਆ ਸੀਗਾ, ਉਹਦਾ ਮਤਲਬ ਇਹ ਹੈ ਕਿ ਸੰਸਾਰ ਦੀ ਚਿੰਤਾ, ਸੰਸਾਰ ਦਾ ਮੋਹ ਜਿਹੜਾ ਸੀਗਾ, ਉਹਨੇ ਕੀ ਕੀਤਾ, ਉਹਨੂੰ ਦਬਾ ਲਿਆ। ਉਹਨਾਂ ਪਰਮੇਸ਼ਰ ਦੇ ਵਚਨ ਨੂੰ ਦਬਾ ਲਿਆ, ਪਰਮੇਸ਼ਰ ਦੇ ਵਿੱਚ ਜਿਹੜਾ ਵਧਣਾ ਸੀਗਾ ਉਹਨੂੰ ਦਬਾ ਲਿਆ, ਜਿਹੜੀ ਪ੍ਰਭੂ ਦੀ ਗਵਾਹੀ ਦੇਣੀ ਸੀ ਉਹਨੂੰ ਦਬਾ ਲਿਆ, ਤੇ ਸੰਸਾਰ ਵਰਗੇ ਬਣਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਹੁਣ ਇਹਦੇ ਕੋਲ ਇਹ ਆ ਤਾਂ ਮੈਂ ਵੀ ਹੁਣ ਇੱਦਾਂ ਹੀ ਬਣ ਜਾ, ਇਹਦਾ ਇਹ ਕੰਮ ਆ ਤਾਂ ਮੈਂ ਵੀ ਇੱਦਾਂ ਦਾ ਹੀ ਕਰ ਲਾਂ। ਨਹੀਂ, ਸਾਨੂੰ ਪਹਿਲਾਂ ਦੇਖਣਾ ਪਊਗਾ, ਪਰ ਪ੍ਰਭੂ ਦੇ ਬਚਨ ਦੇ ਵਿੱਚ ਸਾਨੂੰ ਰਹਿਣਾ ਪਊਗਾ, ਪਰਮੇਸ਼ਰ ਦੇ ਨਾਲ ਵਫਾਦਾਰ ਰਹਿਣਾ ਪਊਗਾ। ਤੇ ਫਿਰ ਕੀ ਆ, ਸੰਸਾਰ ਦੇ ਕਹਿੰਦਾ ਤੁਸੀਂ ਸੰਸਾਰ ਦੇ ਰੂਪ ਜੇ ਨਾ ਬਣੋ, ਉਹਦੇ ਨਾਲ ਆਪਣੇ ਆਪ ਨੂੰ ਨਾ ਬਦਲੋ, ਜੋ ਸੰਸਾਰ ਕਰਦਾ ਉੱਦਾਂ ਦੇ ਨਾ ਬਣੋ। ਅਸੀਂ ਵਿਸ਼ਵਾਸੀ ਹਾਂ, ਪ੍ਰਭੂ ਨੇ ਸਾਨੂੰ ਚੁਣਿਆ ਆ, ਪ੍ਰਭੂ ਨੇ ਸਾਨੂੰ ਅਲੱਗ ਕੀਤਾ। ਤੇ ਬਚਨ 'ਚ ਲਿਖਿਆ, ਯਹੋਨਾ ਦੀ ਇੰਜੀਲ ਉਹਦੇ 15:16 ਵਿੱਚ ਲਿਖਿਆ, ਯਿਸੂ ਮਸੀਹ ਨੇ ਕਿਹਾ, ਮੈਂ ਤੁਹਾਨੂੰ ਚੁਣਿਆ, ਤੁਸੀਂ ਨਹੀਂ ਮੈਨੂੰ ਚੁਣਿਆ। ਹਾਲੇਲੂਇਆ। ਇਹਦਾ ਮਤਲਬ ਅੱਜ ਅਸੀਂ ਜਿਹੜੇ ਪ੍ਰਭੂ ਦੇ ਯਿਸੂ ਮਸੀਹ ਦੇ ਕੋਲ ਆਉਣ ਵਾਲੇ ਆ, ਥੋੜ੍ਹੇ ਲੋਕ ਆ, ਵਿਸ਼ਵਾਸੀ ਆ ਥੋੜ੍ਹੇ ਲੋਕ ਆ, ਤੇ ਭੀੜਾਂ ਬਹੁਤ ਜ਼ਿਆਦੀਆਂ ਹੈਗੀਆਂ। ਤੇ ਦੇਖਿਓ ਅੱਜ ਜਿਹੜੇ ਭੀੜਾਂ ਵਾਲੇ ਲੋਕ ਆ, ਉਹਨਾਂ ਨੇ ਕੀ ਕਰਨਾ, ਦੁਸਹਿਰੇ ਵਾਲੇ ਦਿਨ ਦੁਸਹਿਰੇ ਵਾਲੇ ਬਣ ਜਾਣਾ, ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਬਣ ਜਾਣਾ, ਤੇ ਬੰਦਗੀ ਵਾਲੇ ਦਿਨ ਬੰਦਗੀ ਵਾਲੇ ਬਣ ਜਾਣਾ। ਐਦਾਂ ਇਹਨੂੰ ਵਿਸ਼ਵਾਸੀ ਨਹੀਂ ਕਿਹਾ ਜਾਂਦਾ। ਵਿਸ਼ਵਾਸੀ ਉਹ ਹੁੰਦਾ, ਚਾਹੇ ਮੀਂਹ ਜਾਵੇ, ਹਨੇਰੀ ਜਾਵੇ, ਦੀਵਾਲੀ ਹੈ, ਦੁਸਹਿਰਾ ਆਵੇ, ਕੁਛ ਹੀ ਹੋਵੇ, ਵੱਡਾ ਦਿਨ ਆਵੇ, ਉਹ ਤੇ ਪ੍ਰਭੂ ਦੇ ਨਾਲ ਵਫਾਦਾਰ ਆ। ਹਾਲੇਲੂਇਆ। ਜੋ ਪ੍ਰਭੂ ਨਾਲ ਵਾਅਦਾ ਕੀਤਾ ਉਹਦੇ ਵਿੱਚ ਵਫਾਦਾਰ ਆ, ਉਹਨੂੰ ਕਿਸੇ ਦੇ ਤਰ੍ਹਾਂ ਬਣਨ ਦੀ ਜ਼ਰੂਰਤ ਨਹੀਂ ਆ, ਉਹਨੂੰ ਯਿਸੂ ਦੀ ਤਰ੍ਹਾਂ ਬਣਨ ਦੀ ਜ਼ਰੂਰਤ ਆ। ਹਾਲੇਲੂਇਆ। ਕਿਉਂਕਿ ਯਿਸੂ ਨੇ ਕਿਹਾ ਤੁਹਾਨੂੰ ਕੀ ਆ, ਤੁਸੀਂ ਮੇਰੇ ਸਰੂਪ ਵਿੱਚ ਵੱਧਦੇ ਜਾਓ। ਔਰ ਆਈ ਹੋਰ ਇੱਕ ਵਚਨ ਪੜਾਂਗੇ, ਪਹਿਲਾ ਯਹੋਨਾ ਉਹਦੀ 2:15 ਤੋਂ। ਪਹਿਲਾ ਯਹੋਨਾ ਦੀ ਜੱਲਾ, ਪਹਿਲਾ ਯਹੋਨਾ 2:15। ਹਾਂ, ਇੱਥੇ ਲਿਖਿਆ, ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਹਾਲੇਲੂਇਆ। ਦੇਖੋ ਅੱਜ ਸੰਸਾਰ ਦੇ ਨਾਲ ਇਨਸਾਨ ਜਿਹੜਾ ਆ, ਸੰਸਾਰ ਦੇ ਨਾਲ ਮੋਹ ਰੱਖ ਕੇ ਕਿ ਅੱਜ ਪਿਤਾ ਦਾ ਪ੍ਰੇਮ ਨਹੀਂ ਗਾ ਅੰਦਰ, ਪਰਮੇਸ਼ਰ ਦਾ ਪਿਆਰ ਨਹੀਂ ਗਾ ਅੰਦਰ। ਤਾਂ ਦੇਖੋ ਪਹਿਲਾਂ ਉਹ ਵੀ ਸਮਾਂ ਹੁੰਦਾ ਸੀਗਾ ਕਿ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਵੀ ਦੇਖ ਸਕਦੇ ਹਾਂ, ਸੰਸਾਰ ਦੇ ਪਿਆਰ ਨੂੰ ਵੀ ਦੇਖ ਸਕਦੇ ਹਾਂ। ਕਿ ਦੇਖੋ ਪਰਮੇਸ਼ਰ ਦਾ ਪਿਆਰ ਇੱਕ ਉਹ ਵੀ ਲੋਕਾਂ ਦੇ ਜੀਵਨਾਂ 'ਚ ਹੁੰਦਾ ਸੀਗਾ ਕਿ ਜਦੋਂ ਲੋਕਾਂ ਦੇ ਕੋਲ ਥੋੜ੍ਹਾ ਕੁਛ ਸੀਗਾ ਤੇ ਤਾਂ ਵੀ ਕੀ ਆ, ਲੋਕ ਇਕੱਠੇ ਸੀ, ਤਾਂ ਵੀ ਪਰਿਵਾਰ ਇਕੱਠੇ ਸੀ, ਤਾਂ ਵੀ ਸਾਰਾ ਕੁਛ ਵਧੀਆ ਸੀਗਾ। ਤੇ ਇਸ ਕਰਕੇ ਅੱਜ ਕੀ ਆ, ਅੱਜ ਆਪਾਂ ਦੇਖਦੇ ਹਾਂ ਕਿ ਇੱਕ ਦੂਸਰੇ ਦੀ ਨਕਲ ਕਰ ਕਰਕੇ ਇਨਸਾਨ ਕੀ ਹੋ ਗਿਆ, ਜਿਹੜੇ ਵਿਸ਼ਵਾਸੀ ਆ ਉਹ ਵੀ ਪਰਮੇਸ਼ਰ ਤੋਂ ਦੂਰ ਹੋ ਗਏ, ਪ੍ਰਭੂ ਤੋਂ ਦੂਰ ਹੋ ਗਏ, ਪਰਮੇਸ਼ਰ ਦੇ ਪਿਆਰ ਤੋਂ ਦੂਰ ਹੋ ਗਏ। ਉਹਨਾਂ ਦੇ ਵਿਸ਼ਵਾਸੀਆਂ ਦੇ ਅੰਦਰ ਵੀ ਪਰਮੇਸ਼ਰ ਦਾ ਪਿਆਰ ਨਹੀਂ ਨਜ਼ਰ ਆਉਂਦਾ ਕਿ ਪਰਮੇਸ਼ਰ ਦਾ ਪਿਆਰ ਕਿੱਦਾਂ ਦਾ ਪਿਆਰ ਹੈ। ਤੇ ਇੱਥੇ ਲਿਖਿਆ, ਸੰਸਾਰ ਨਾਲ ਮੋਹ ਨਾ ਰੱਖੋ। ਹਾਲੇਲੂਇਆ। ਤੇ ਅੱਜ ਕੀ ਆ, ਪਰਮੇਸ਼ਰ ਤੋਂ ਵੱਧ ਕੇ ਸਾਡਾ ਮੋਹ ਕਿਹਦੇ ਨਾਲ, ਸੰਸਾਰ ਨਾਲ, ਸੰਸਾਰ ਦੀਆਂ ਚੀਜ਼ਾਂ ਨਾਲ। ਸਾਨੂੰ ਪਤਾ, ਬਾਣੀ ਦੱਸਦੀ ਇਹ ਇੱਕ ਦਿਨ ਸਾਰਾ ਕੁਛ ਕੀ ਹੋ ਜਾਣਾ, ਖਤਮ ਹੋ ਜਾਣਾ। ਪਰ ਫਿਰ ਵੀ ਅੱਜ ਸਾਡੀ ਦੌੜ ਲੱਗੀ ਹੋਈ ਆ, ਆਪਾਂ ਕੀ ਕਰੀਏ, ਇਹਨਾਂ ਨੂੰ ਪ੍ਰਾਪਤ ਕਰੀਏ, ਇਹਨਾਂ ਨੂੰ ਪਾ ਲਈਏ। ਪਰ ਕੀ ਆ ਲਿਖਿਆ, ਜਿਹੜਾ ਕੀ ਕਰਦਾ ਹੈ, ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਲਿਖਿਆ, ਜਿਹੜਾ ਸੰਸਾਰ ਨਾਲ ਮੋਹ ਰੱਖਦਾ ਹੋਵੇ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਆ। ਅੱਜ ਦੇਖੋ
ਵਿਸ਼ਵਾਸੀ ਲੋਕਾਂ ਦੀ, ਦੇਖੋ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਹੋਊਗਾ, ਉਹਨਾਂ ਦੀ ਭਾਸ਼ਾ ਦਾ ਫਰਕ, ਉਹਨਾਂ ਦੇ ਬੋਲਣੇ ਦਾ ਫਰਕ ਹੋਊਗਾ, ਉਹਨਾਂ ਦੇ ਚੱਲਣੇ ਦਾ ਫਰਕ ਹੋਊਗਾ, ਅਤੇ ਉਹਨਾਂ ਦੇ ਬੈਠਣ ਦਾ, ਉਹਨਾਂ ਦੀ ਪ੍ਰਾਰਥਨਾ ਦਾ ਫਰਕ ਹੋਊਗਾ। ਇਸ ਕਰਕੇ ਸਾਨੂੰ ਸੰਸਾਰ ਵਰਗੇ ਨਹੀਂ ਬਣਨਾ, ਬਲਕਿ ਪ੍ਰਭੂ ਨੇ ਸਾਨੂੰ ਆਸ਼ਾ ਦੇਣੀਆਂ ਆ, ਦਿੱਤੀਆਂ ਆ, ਦੇਣੀਆਂ ਆ, ਸਾਨੂੰ ਵਧਾਉਣਾ ਆ। ਹਾਲੇਲੂਇਆ। ਦੇਖੋ ਅਬਰਾਹਾਮ ਦੇ ਅੰਦਰ ਸਭ ਤੋਂ ਵੱਡੀ ਉਦਾਹਰਣ, ਅਬਰਾਹਾਮ ਦੇ ਅੰਦਰ ਕੀ ਸੀਗਾ? ਪਰਮੇਸ਼ਰ ਦਾ ਪ੍ਰੇਮ ਸੀ, ਪਿਤਾ ਦਾ ਪ੍ਰੇਮ ਸੀ। ਅਤੇ ਅਬਰਾਹਾਮ ਨੇ ਕੀ ਕੀਤਾ? ਅਬਰਾਹਾਮ ਨੂੰ ਪਰਮੇਸ਼ਰ ਨੇ ਇੰਨਾ ਵਧਾਇਆ। ਅਤੇ ਅਬਰਾਹਾਮ ਦੇ ਕੋਲ ਆਪਾਂ ਨੂੰ ਪਤਾ ਕਿ ਸਾਰੀਆਂ ਚੀਜ਼ਾਂ ਸੀ, ਸਿਰਫ ਇੱਕ ਨਹੀਂ ਸੀਗਾ, ਔਲਾਦ ਨਹੀਂ ਸੀ। ਅਤੇ ਪਰ ਉਹਨੇ ਫਿਰ ਵੀ ਪਰਮੇਸ਼ਰ ਦੇ ਕਈ ਪਰਮੇਸ਼ਰ ਨੂੰ ਨਹੀਂ ਕਿਹਾ, ਪਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ, ਪਰਮੇਸ਼ਰ ਦੇ ਬਚਨ ਨੂੰ ਸੁਣ ਕੇ ਆਪਣੇ ਜੀਵਨ 'ਚ ਲੈ ਕੇ, ਸੰਸਾਰ ਵੱਲ ਨਹੀਂ ਦੇਖਿਆ ਉਹਨੇ, ਦੁਨੀਆ ਵੱਲ ਨਹੀਂ ਦੇਖਿਆ। ਅਤੇ ਜਦੋਂ ਉਹਦਾ ਮਾਲ ਧਨ ਸਭ ਕੁਛ ਵੱਧ ਗਿਆ, ਅਤੇ ਇੱਕ ਜਗ੍ਹਾ ਦੇ ਉੱਤੇ ਜਦੋਂ ਚਲੇ ਗਏ, ਅਤੇ ਉਹਦਾ ਜਿਹੜਾ ਭਰਾ ਸੀਗਾ ਭਤੀਜਾ ਲੂਤ, ਅਤੇ ਉਹਨੇ ਦੇਖਿਆ ਕਿ ਜਿਹੜੀ ਜ਼ਮੀਨ ਹੈ, ਇੱਧਰਲੇ ਪਾਸੇ ਜ਼ਮੀਨ ਆ, ਬੜੀ ਵਧੀਆ ਜ਼ਮੀਨ ਆ। ਅਤੇ ਪਰ ਲੂਤ ਨੇ ਦੇਖਿਆ ਇਹ ਜ਼ਮੀਨ ਵਧੀਆ ਆ, ਉਪਜਾਊ ਆ, ਜਿਹੜੀ ਸਦੋਮ ਮੋਰਾ ਵਾਲੀ ਸੀ, ਅਤੇ ਜਿੱਥੇ ਲੂਤ ਬੈਠਾ ਸੀ ਇਹ ਤਾਂ ਬੰਜਰ ਹੀ ਆ। ਅਤੇ ਪਰ ਅਬਰਾਹਾਮ ਜਿਹੜਾ ਸੀਗਾ ਉਹ ਪਰਮੇਸ਼ਰ ਵੱਲ ਦੇਖਦਾ ਸੀ, ਅਤੇ ਲੂਤ ਜਿਹੜਾ ਸੀਗਾ ਉਹ ਆਸ਼ੀਸ਼ਾਂ ਵੱਲ ਦੇਖਦਾ ਸੀਗਾ। ਕਿਉਂਕਿ ਅਬਰਾਹਾਮ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ, ਪਰਮੇਸ਼ਰ ਨੂੰ ਵੇਖ ਕੇ ਸ਼ੁਰੂ ਕੀਤਾ, ਪਰਮੇਸ਼ਰ ਨੂੰ ਬੁਲਾਇਆ। ਅਤੇ ਲੂਤ ਨੂੰ ਪਰਮੇਸ਼ਰ ਨੇ ਨਹੀਂ ਬੁਲਾਇਆ, ਲੂਤ ਉਹਦੇ ਨਾਲ ਉਹਦੇ ਤੁਰ ਪਿਆ। ਅਤੇ ਲੂਤ ਉਹਦੇ ਵੱਲ ਦੇਖਦਾ ਸੀ, ਉਹਦੀਆਂ ਬਰਕਤਾਂ ਵੱਲ ਦੇਖਦਾ ਸੀ, ਪਰ ਉਹ ਬਰਕਤਾਂ ਵੱਲ ਨਹੀਂ ਦੇਖਦਾ ਸੀ, ਉਸ ਪਰਮੇਸ਼ਰ ਵੱਲ ਦੇਖਦਾ ਸੀ ਜਿਹਨੇ ਬੁਲਾਇਆ ਸੀਗਾ ਉਹਨੂੰ। ਇਸ ਕਰਕੇ ਸਾਡਾ ਪਿਆਰ ਜਿਹੜਾ ਆ, ਸਾਡਾ ਮੋਹ ਜਿਹੜਾ ਉਸ ਪਰਮੇਸ਼ਵਰ ਦੇ ਵੱਲ ਹੋਣਾ ਚਾਹੀਦਾ। ਅਤੇ ਬਾਣੀ ਦੱਸਦੀ ਆ, ਇਹ ਸੰਸਾਰ ਦੀਆਂ ਚੀਜ਼ਾਂ ਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆਪੇ ਮਿਲ ਜਾਣੀਆਂ। ਹਾਲੇਲੂਇਆ। ਤੁਹਾਨੂੰ ਇਹਦੇ ਪਿੱਛੇ ਦੌੜਨ ਦੀ ਜ਼ਰੂਰਤ ਨਹੀਂ ਆ, ਇਹ ਤੁਹਾਡੇ ਪਿੱਛੇ ਆਪੇ ਹੀ ਆ ਜਾਣੀਆਂ। ਪਰ ਇੱਥੇ ਲਿਖਿਆ, ਅੱਗੇ ਕੀ ਲਿਖਿਆ ਉਹਦੇ 16 ਵਚਨ 'ਚ? ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ, ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ 'ਚੋਂ ਹੈ। ਤੋਂ ਲਿਖਿਆ ਇਹ ਜਿਹੜਾ ਕੀ ਆ, ਪਹਿਲੀ ਜਿਹੜੀ ਕਾਮਨਾ ਕਿਹੜੀ ਆ? ਕਿਉਂਕਿ ਸਭ ਕੁਝ ਸਰੀਰ ਦੀ ਕਾਮਨਾ, ਸਰੀਰ ਚਾਹੁੰਦਾ ਮੈਂ ਵਧੀਆ ਰਵਾਂ, ਹੈ ਨਾ, ਸਭ ਕੁਝ ਮੈਨੂੰ ਵਧੀਆ ਮਿਲਣਾ ਚਾਹੀਦਾ। ਅਤੇ ਦੂਸਰੀ ਨੇਤਰਾਂ ਦੀ ਕਾਮਨਾ। ਦੇਖੋ ਅੱਜ ਆਪਾਂ ਅੱਖਾਂ ਤੁਰੇ ਜਾਂਦੇ, ਆਪਾਂ ਨੂੰ ਨਾ ਕੋਈ ਚੀਜ਼ਾਂ ਦਿਖਦੀਆਂ, ਹੈ ਨਾ, ਅਤੇ ਆਪਾਂ ਕਹਿੰਦੇ ਆਹ ਵੀ ਆਪਣੇ ਘਰ ਹੋਣਾ ਚਾਹੀਦਾ, ਆਹ ਵੀ ਆਪਣੇ ਘਰ ਹੋਣਾ ਚਾਹੀਦਾ, ਆਹ ਵੀ ਸਾਡੇ ਘਰ ਹੋਣਾ ਚਾਹੀਦਾ। ਅਤੇ ਪਰ ਆਪਾਂ ਜਦੋਂ ਉਸ ਯੋਗ ਚਾਲ ਨਹੀਂ ਚੱਲਦੇ, ਕਿੱਦਾਂ ਹੋਊਗਾ? ਹੋ ਤਾਂ ਸਕਦਾ ਹੈ, ਪਰ ਸਾਡੀਆਂ ਜਿਹੜੀਆਂ ਨਜ਼ਰਾਂ ਹੈ ਕਈ ਵਾਰੀ ਇਹ ਸੰਸਾਰ ਦੇ ਉੱਤੇ ਲੱਗੀਆਂ ਹੋਈਆਂ, ਪਰ ਪ੍ਰਭੂ ਵੱਲ ਨਹੀਂ ਕਈ ਵਾਰ ਲੱਗੀਆਂ। ਜਦੋਂ ਪ੍ਰਭੂ ਵੱਲ ਲਾ ਕੇ ਰੱਖਾਂਗੇ, ਪਰਮੇਸ਼ਰ ਅੱਗੇ ਬਣਾਂਗੇ, ਆਪਾਂ ਉਹਦੇ ਸਰੂਪ ਦੇ ਉੱਤੇ ਬਦਲਦੇ ਜਾਵਾਂਗੇ, ਫਿਰ ਸਾਨੂੰ ਪਤਾ ਲੱਗ ਜਾਊਗਾ ਕਿ ਪਰਮੇਸ਼ਰ ਦੀ ਇੱਛਾ ਮੇਰੇ ਜੀਵਨ ਵਿੱਚ ਕੀ ਆ, ਮੇਰੇ ਲਈ ਕੀ ਆ। ਆਪਾਂ ਨੂੰ ਦੁਨੀਆ ਨੂੰ ਦੇਖਣ ਦੀ ਜ਼ਰੂਰਤ ਨਹੀਂ ਆ। ਅਤੇ ਅੱਜ ਦੇਖੋ ਹਵਾ ਨੇ ਕੀ ਕੀਤਾ? ਪਰਮੇਸ਼ਰ ਨੇ ਉਹਨਾਂ ਨੂੰ, ਆਦਮ ਹਵਾ ਨੂੰ ਵਧੀਆ ਰੱਖਿਆ, ਵਧੀਆ ਬਾਗ ਦਿੱਤਾ, ਵਧੀਆ ਸਾਰਾ ਕੁਛ ਦਿੱਤਾ। ਕਹਿੰਦਾ ਤੁਸੀਂ ਇਹਨਾਂ ਦੀ ਰਾਖੀ ਕਰਨੀ ਹੈ ਇੱਥੇ ਰਹਿ ਕੇ, ਅਤੇ ਬਸ ਇਹਦੇ ਵਿੱਚੋਂ ਖਾਣਾ ਆ। ਪਰ ਕਹਿੰਦਾ ਪਰਮੇਸ਼ਰ ਨੇ ਜੋ ਮਨਾ ਕੀਤਾ ਸੀਗਾ, ਪਰ ਕੀ ਹੋਇਆ? ਇੱਕ ਦਿਨ ਹਵਾ ਨੇ ਦੇਖਿਆ, ਲਿਖਿਆ ਉਹਨੇ ਆਪਣੇ ਨੇਤਰਾਂ ਨਾਲ ਦੇਖਿਆ, ਉਹਨੇ ਕਿਹਾ ਇਹ ਫਲ ਜਿਹੜਾ ਵਧੀਆ ਹੈ, ਜਿਹੜਾ ਪਰਮੇਸ਼ਰ ਨੇ ਮਨਾ ਕੀਤਾ, ਅਤੇ ਲਿਖਿਆ ਉਹਦੇ ਜੀਵਨ 'ਚ ਉੱਥੋਂ ਪਾਪ ਆ ਗਿਆ, ਪਰਮੇਸ਼ਰ ਤੋਂ ਦੂਰ ਹੋਏ। ਇਸ ਕਰਕੇ ਅੱਜ ਸੰਸਾਰ ਦਾ ਮੋਹ ਜਿਹੜਾ ਹੈ ਸਾਨੂੰ ਪਰਮੇਸ਼ਰ ਤੋਂ ਦੂਰ ਕਰਦਾ, ਸੰਸਾਰ ਦੀਆਂ ਚੀਜ਼ਾਂ ਪਰਮੇਸ਼ਰ ਤੋਂ ਦੂਰ ਕਰਦੀਆਂ। ਪਰ ਪ੍ਰਭੂ ਨੂੰ ਪਤਾ ਹੈ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ। ਸਾਨੂੰ ਘਰ ਦੀ ਜ਼ਰੂਰਤ ਆ, ਸਾਨੂੰ ਕਾਰ ਦੀ ਜ਼ਰੂਰਤ ਆ, ਸਾਨੂੰ ਗੱਡੀ ਦੀ ਜ਼ਰੂਰਤ ਆ, ਸਾਨੂੰ ਹੋਰ ਵਸਤਾਂ ਦੀ ਜ਼ਰੂਰਤ ਆ, ਖਾਣੇ ਪੀਣੇ ਦੀ ਜ਼ਰੂਰਤ ਆ। ਪ੍ਰਭੂ ਨੂੰ ਪਤਾ ਇਹ ਸਾਰੀਆਂ ਚੀਜ਼ਾਂ ਨੂੰ ਚਾਹੀਦੀਆਂ। ਪਰ ਵਚਨ 'ਚ ਲਿਖਿਆ, ਪਹਿਲਾਂ ਤੁਸੀਂ ਉਹਦੇ ਧਰਮ ਅਤੇ ਰਾਜ ਨੂੰ ਭਾਲੋ ਅਤੇ ਉਹਦਾ ਨਾਲ ਮੋਹ ਕਰੋ, ਅਤੇ ਇਹ ਸਾਰਾ ਕੁਛ ਤੁਹਾਡੇ ਪਿੱਛੇ ਪੈ ਕੇ ਆਪੇ ਤੁਹਾਨੂੰ ਮਿਲ ਜਾਣਾ। ਅਤੇ ਵਚਨ 'ਚ ਲਿਖਿਆ, ਸੋ ਅਤੇ ਸੰਸਾਰ ਨਾਲੇ ਉਹਦੀ ਕਾਮਨਾ ਬੀਤਦੀ ਜਾਂਦੀ ਹੈ, ਪਰ ਜਿਹੜਾ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ ਉਹ ਸਦਾ ਤੀ ਕਾਇਮ ਰਹਿੰਦਾ। ਦੇਖੋ ਜਿਹੜਾ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ ਉਹ ਸਦਾ ਤੀ ਕਾਇਮ ਰਹਿੰਦਾ, ਬਣਿਆ ਰਹਿੰਦਾ। ਅੱਜ ਦੇਖੋ ਕੁਛ ਲੋਕ ਜਿਹੜੇ ਆ ਪ੍ਰਭੂ ਦੇ ਪਿੱਛੇ ਇੱਕਦਮ ਜਲਦੀ ਆਏ, ਭੱਜੇ ਫਟਾਫਟ, ਅਤੇ ਉਹਨਾਂ ਦੀਆਂ ਸਮੱਸਿਆ ਸੀ, ਸਾਨੂੰ ਆਹ ਵੀ ਮਿਲ ਜੇ, ਸਾਨੂੰ ਪ੍ਰਭੂ ਆਹ ਵੀ ਮਿਲ ਜੇ, ਪ੍ਰਭੂ ਸਾਨੂੰ ਆਹ ਵੀ ਮਿਲ ਜੇ। ਪ੍ਰਭੂ ਨੇ ਦੇ ਦਿੱਤਾ ਜਦੋਂ ਹੋ ਗਿਆ, ਪਰ ਇੱਕ ਅੱਧੀ ਚੀਜ਼ ਨਹੀਂ ਮਿਲੀ ਅਤੇ ਪ੍ਰਭੂ ਨੂੰ ਕੀ ਹੋ ਗਿਆ? ਛੱਡ ਕੇ ਚਲੇ ਗਏ। ਪਰ ਜਿਨ੍ਹਾਂ ਦਾ ਭਰੋਸਾ ਪ੍ਰਭੂ ਦੇ ਉੱਤੇ ਸੀ, ਜਿਹੜੇ ਪਰਮੇਸ਼ਰ ਦੇ ਉੱਤੇ ਜਿਹੜੇ ਆਸ ਰੱਖਦੇ ਸੀ, ਪਰਮੇਸ਼ਰ ਨੂੰ ਦੇਖ ਕੇ ਚੱਲਦੇ ਸੀ, ਉਹਦੇ ਨਾਲ ਮੋਹ ਕਰਦੇ ਸੀਗੇ, ਉਹ ਲਿਖਿਆ ਉਹ ਸਦਾ ਤੱਕ ਕਾਇਮ ਆ। ਉਹ ਕਹਿੰਦੇ ਸਾਡਾ ਰੱਬ ਸਾਨੂੰ ਬਰਕਤ ਦੇਵੇ ਅਤੇ ਚਾਹੇ
ਨਾ ਦੇਵੇ। ਅਸੀਂ ਉਹਨੂੰ ਛੱਡ ਨਹੀਂ ਸਕਦੇ ਅਤੇ ਪ੍ਰਭੂ ਨੇ ਉਹਨਾਂ ਨੂੰ ਬਰਕਤਾਂ ਦਿੱਤੀਆਂ। ਅਤੇ ਇਸ ਕਰਕੇ ਪਰਮੇਸ਼ਰ ਦਾ ਵਾਅਦਾ ਹੈ, ਮੈਂ ਤੁਹਾਨੂੰ ਬਰਕਤਾਂ ਦੇਵਾਂਗਾ, ਮੈਂ ਤੁਹਾਨੂੰ ਛੋਟੇ ਜਿਹੇ ਰਹਿਣ ਨਹੀਂ ਦਿਆਂਗਾ। ਉਹ ਪਰਮੇਸ਼ਰ ਦੇ ਵਾਅਦੇ ਆਪਣੇ ਲੋਕਾਂ ਦੇ ਲਈ। ਤਾਂ ਆਈਏ ਪਤਰਸ ਦੀ ਪੱਤਰੀ ਦੇ ਵਿੱਚ ਹੋਰ ਪੜ੍ਹਾਂਗੇ। ਪਹਿਲਾ ਪਤਰਸ 4 ਅਧਿਆਏ ਦੇ ਵਿੱਚੋਂ ਕੁਛ ਵਚਨ ਆਪਾਂ ਪੜ੍ਹਾਂਗੇ। ਪਹਿਲਾ ਪਤਰਸ 4 ਅਧਿਆਏ ਉਹਦੇ ਸ਼ੁਰੂ ਤੋਂ। ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ। ਹਾਂ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ। ਹਾਲੇਲੂਇਆ। ਇੱਥੇ ਲਿਖਿਆ ਕਿ ਸੋ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤੇ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ। ਇਹਦਾ ਮਤਲਬ ਜੇ ਯਿਸੂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤੇ ਉਹ ਕਹਿੰਦਾ ਤੁਹਾਨੂੰ ਵੀ ਦੁੱਖ ਝੱਲਣ ਦੀ ਜ਼ਰੂਰਤ ਆ, ਸਾਨੂੰ ਵੀ ਦੁੱਖ ਝੱਲਣ ਦੀ ਜ਼ਰੂਰਤ ਆ। ਤੇ ਅਸੀਂ ਹੁਣ ਯਿਸੂ ਮਸੀਹ ਵਾਂਗੂ ਤਾਂ ਨਹੀਂ ਦੁੱਖ ਝੱਲ ਸਕਦੇ, ਹੈ ਨਾ। ਸਲੀਬ ਦੇ ਉੱਤੇ ਯਿਸੂ ਨੇ ਜਾਨ ਦਿੱਤੀ, ਅਸੀਂ ਉਹ ਤਾਂ ਨਹੀਂ ਦੇ ਸਕਦੇ। ਪਰ ਕੀ ਆ ਕਿ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਕੁਝ ਚੀਜ਼ਾਂ ਜਿਹੜੀਆਂ ਉਹਨੂੰ ਛੱਡ ਸਕਦੇ ਹਾਂ। ਤਾਂ ਲਿਖਿਆ ਜਿਹਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਰਿਹਾ। ਹਾਲੇਲੂਇਆ। ਇਸ ਕਰਕੇ ਕਈ ਚੀਜ਼ਾਂ ਤੋਂ ਅਸੀਂ ਇਸ ਸੰਸਾਰ ਦੇ ਵਿੱਚ ਸਾਨੂੰ ਵਧੀਆ ਲੱਗਦੀਆਂ, ਪਰ ਕੀ ਹੈ ਉਹ ਕੀ ਹੈ, ਉਹ ਸਾਡੇ ਲਈ ਇੱਕ ਪਾਪ ਦਾ ਕਾਰਨ ਆ, ਸਾਨੂੰ ਪ੍ਰਭੂ ਤੋਂ ਦੂਰ ਕਰਨ ਦਾ ਕਾਰਨ ਆ। ਅਤੇ ਪਰ ਜਦੋਂ ਅਸੀਂ ਦੁੱਖ ਝੱਲਦੇ ਹਾਂ ਤਾਂ ਉਹ ਸਾਡੇ ਲਈ ਕੀ ਬਣ ਜਾਂਦਾ, ਇੱਕ ਆਸ਼ੀਸ਼ ਦਾ ਕਾਰਨ ਅਤੇ ਸਾਡੇ ਲਈ ਬਰਕਤ ਦਾ ਕਾਰਨ ਬਣਦਾ। ਅੱਗੇ ਲਿਖਿਆ ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਲਿਖਿਆ ਮਨੁੱਖ ਦੀ ਇੱਛਾ ਦੇ ਅਨੁਸਾਰ ਨਹੀਂ, ਕਾਮਨਾ ਦੇ ਅਨੁਸਾਰ ਨਹੀਂ, ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਾਕੀ ਦੀ ਆਪਣੀ ਉਮਰ ਜਿਹੜੀ ਆ ਉਹ ਪ੍ਰਭੂ ਦੇ ਵਿੱਚ ਹੋ ਕੇ ਕੱਟੋ। ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ, ਜਦੋਂ ਤੁਸੀਂ ਲੁਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇਬਾਜ਼ੀਆਂ ਅਤੇ ਘਿਨਾਉਣੀਆਂ ਮੂਰਤੀ ਪੂਜਾ ਵਿੱਚ ਚੱਲਦੇ ਸੋ। ਪ੍ਰਭੂ ਦਾ ਵਚਨ ਕਹਿੰਦਾ ਕਿ ਪਹਿਲਾਂ ਅਸੀਂ ਇੱਦਾਂ ਦੇ ਕੰਮਾਂ ਵਿੱਚ ਚੱਲਦੇ ਸੀ, ਪਰ ਹੁਣ ਸਾਨੂੰ ਇਹਦੇ ਵਿੱਚ ਵੜਨ ਦੀ ਜ਼ਰੂਰਤ ਨਹੀਂ ਆ। ਸਾਨੂੰ ਲੋਕਾਂ ਦੀ ਨਕਲ ਕਰਨ ਦੀ ਜ਼ਰੂਰਤ ਨਹੀਂ ਆ। ਜੋ ਲੋਕ ਕਰਦੇ ਸਾਨੂੰ ਉਹ ਕਰਨ ਦੀ ਜ਼ਰੂਰਤ ਨਹੀਂ ਆ। ਜੋ ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਸਾਨੂੰ ਉਹੀ ਕਰਨ ਦੀ ਜ਼ਰੂਰਤ ਆ। ਜਿਹੜੀ ਸਾਡੇ ਲਈ ਆਸ਼ੀਸ਼ ਆ, ਜਿਹੜੀ ਸਾਡੇ ਲਈ ਸਦਾ ਦਾ ਜੀਵਨ ਆ, ਜਿਹੜਾ ਸਾਡੇ ਵਾਸਤੇ ਸਵਰਗ ਦੇ ਵਿੱਚ ਥਾਂ ਆ ਜਿਹਦੇ ਵਾਸਤੇ। ਅਤੇ ਇਸ ਕਰਕੇ ਅੱਗੇ ਪ੍ਰਭੂ ਦਾ ਵਚਨ ਦੱਸਦਾ ਉਹ ਇਸ ਨੂੰ ਅਚਰਜ ਮੰਨਦੇ ਹਨ ਭਈ ਤੁਸੀਂ ਉਸੇ ਅੱਤਬੱਧ ਚੱਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ, ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਆ। ਲਿਖਿਆ ਉਹ ਲੋਕ ਤੁਹਾਡੀ ਨਿੰਦਿਆ ਕਰਦੇ ਆ ਵੀ ਤੁਸੀਂ ਉਸੇ ਬਦ ਚੱਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ, ਵੀ ਜਿਹੜੇ ਉਹ ਕੰਮ ਕਰਦੇ ਤੁਸੀਂ ਨਹੀਂ ਕਰਦੇ, ਅਤੇ ਇਸ ਕਰਕੇ ਉਹ ਕੀ ਕਰਦੇ, ਤੁਹਾਡੀ ਜੀ ਨਿੰਦਿਆ ਕਰਦੇ ਆ। ਅਤੇ ਇਸ ਕਰਕੇ ਅਸੀਂ ਚਾਹੇ ਸਾਡੀ ਕੋਈ ਨਿੰਦਿਆ ਕਰੇ, ਚਾਹੇ ਕੁਛ ਕਰੇ, ਪਰ ਅਸੀਂ ਉਹਨਾਂ ਕੰਮਾਂ ਵਿੱਚ ਨਹੀਂ ਵੜਨਾ, ਅਸੀਂ ਉਹਨਾਂ ਵਰਗੇ ਨਹੀਂ ਬਣਨਾ, ਪਰ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੋਣ ਦੇਣਾ। ਅਤੇ ਲਿਖਿਆ ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਨੂੰ ਤਿਆਰ ਹੈ। ਇਸ ਕਰਕੇ ਉਹ ਸਾਰੇ ਲੋਕ ਉਸ ਪਰਮੇਸ਼ਰ ਨੂੰ ਆਪਣਾ ਲੇਖਾ ਦੇਣਗੇ, ਪਰ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਪ੍ਰਭੂ ਦੀ ਇੱਛਾ ਦੇ ਮੁਤਾਬਕ ਉਹਦੇ ਵਚਨ ਦੇ ਉੱਤੇ ਚੱਲਣ ਦੀ ਜ਼ਰੂਰਤ ਆ, ਔਰ ਪ੍ਰਭੂ ਦੀ ਮਰਜ਼ੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨ ਦੀ ਜ਼ਰੂਰਤ ਆ, ਤਾਂ ਕਿ ਪਰਮੇਸ਼ਵਰ ਦੀ ਆਸ਼ਾ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਬਣੀ ਰਹੇ, ਔਰ ਤਾਂ ਕਿ ਅਸੀਂ ਸਵਰਗ ਰਾਜ ਦੇ ਅਧਿਕਾਰੀ ਹੋ ਸਕੀਏ ਔਰ ਪ੍ਰਭੂ ਦੇ ਰਾਜ ਦੇ ਵਿੱਚ ਅਸੀਂ ਵੜ ਸਕੀਏ। ਇਸ ਕਰਕੇ ਅੱਜ ਅਸੀਂ ਸੰਸਾਰ ਦੇ ਲੋਕਾਂ ਵਰਗੇ ਨਹੀਂ ਬਣਨਾ, ਸੰਸਾਰ ਦੇ ਲੋਕਾਂ ਦੀ ਨਕਲ ਨਹੀਂ ਕਰਨੀ, ਕਿਸੇ ਚੀਜ਼ ਦੀ ਨਕਲ ਨਹੀਂ ਕਰਨੀ, ਬਲਕਿ ਪਰਮੇਸ਼ਵਰ ਦਾ ਜੋ ਵਚਨ ਕਹਿੰਦਾ ਸਾਨੂੰ, ਪ੍ਰਭੂ ਦਾ ਵਚਨ ਜੋ ਸਾਨੂੰ ਸਿਖਾਉਂਦਾ ਹੈ, ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਗੁਜ਼ਾਰਨਾ, ਤਾਂ ਹੀ ਅਸੀਂ ਉਸ ਸਵਰਗ ਰਾਜ ਵਿੱਚ ਵੜ ਸਕਦੇ ਹਾਂ, ਪ੍ਰਭੂ ਦੇ ਸਵਰਗ ਦੇ ਅਧਿਕਾਰੀ ਹੋ ਸਕਦੇ ਹਾਂ, ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋ ਸਕਦੇ ਹਾਂ। ਕੱਲੀਆਂ ਬਰਕਤਾਂ ਪਿੱਛੇ ਨਾ ਭੱਜੀਏ, ਕਿਉਂਕਿ ਇਹ ਬਰਕਤਾਂ ਸਾਨੂੰ ਮਿਲਣੀਆਂ ਹੀ ਆ। ਬਰਕਤਾਂ ਤੋਂ ਪ੍ਰਭੂ ਨੇ ਸਾਨੂੰ ਰਹਿਣ ਨਹੀਂ ਦੇਣਾ, ਸਾਨੂੰ ਘਰ ਵੀ ਦੇਣਾ, ਗੱਡੀ ਵੀ ਦੇਣੀ, ਸਾਰਾ ਕੁਛ ਦੇਣਾ ਪਰਮੇਸ਼ਰ ਨੇ। ਪਰ ਇਹ ਆ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ ਚੱਲੀਏ, ਪ੍ਰਭੂ ਦੇ ਵਚਨ ਵਰਗੇ ਬਣੀਏ। ਲਿਖਿਆ ਤਾਂ ਹੀ ਵਚਨ 'ਚ ਲਿਖਿਆ ਫਿਲਿੱਪੀਆਂ ਦੀ ਪੱਤਰੀ ਵਿੱਚ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ। ਇਸ ਕਰਕੇ
ਪ੍ਰਭੂ ਇਹ ਚਾਹੁੰਦੇ ਯਿਸੂ ਮਸੀਹ ਕਿ ਅਸੀਂ ਦੂਸਰਿਆਂ ਨੂੰ ਮਾफ़ ਕਰਨ ਵਾਲੇ ਹੋਈਏ, ਦੂਸਰਿਆਂ 'ਤੇ ਦਇਆ ਕਰਨ ਵਾਲੇ ਹੋਈਏ, ਔਰ ਪਰਮੇਸ਼ਵਰ ਦੀ ਮਰਜ਼ੀ ਜਿਹੜੀ ਹੈ ਉਹ ਸਾਡੇ ਜੀਵਨ ਦੇ ਵਿੱਚ ਪੂਰੀ ਹੋਏ, ਪਰਮੇਸ਼ਵਰ ਦੀ ਇੱਛਾ ਜਿਹੜੀ ਸਾਡੇ ਜੀਵਨ 'ਚ ਪੂਰੀ ਹੋਏ। ਅਤੇ ਇਸ ਕਰਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਦੀ ਮਰਜ਼ੀ ਦੇ ਮੁਤਾਬਕ ਚੱਲੀਏ। ਜੇ ਲੋਕ ਦੀਵੇ ਲਾਉਂਦੇ ਆ ਅਤੇ ਅਸੀਂ ਨਾ ਦੀਵੇ ਬਾਲੀਏ, ਕਿਉਂਕਿ ਪ੍ਰਭੂ ਨੇ ਸਾਨੂੰ ਉਹਦੇ ਵਿੱਚੋਂ ਕੱਢਿਆ। ਪ੍ਰਭੂ ਨੇ ਉਹ ਸਾਨੂੰ ਸਦਾ ਦਾ ਜੀਵਨ ਦਿੱਤਾ। ਪ੍ਰਭੂ ਨੇ ਸਾਨੂੰ ਲਾਈਟ ਬਣਾਇਆ, ਜੋਤੀ ਬਣਾਇਆ। ਅਤੇ ਯਿਸੂ ਨੇ ਕਿਹਾ ਤੁਸੀਂ ਜਗਤ ਦੇ ਚਾਨਣੇ ਆ। ਹੁਣ ਤੁਸੀਂ ਦੂਸਰਿਆਂ ਨੂੰ ਦੱਸਣਾ ਕਿ ਸੱਚਮੁੱਚ ਪ੍ਰਭੂ ਨੇ ਸਾਨੂੰ ਆਜ਼ਾਦ ਕੀਤਾ, ਅਤੇ ਤੁਸੀਂ ਦੂਸਰਿਆਂ ਨੂੰ ਵੀ ਅੱਛਾ ਨਮੂਨਾ ਦੇਣਾ। ਇੱਕ ਪ੍ਰਭੂ ਸਾਨੂੰ ਆਸ਼ੀਸ਼ ਦੇ। ਆਈਏ ਅਸੀਂ ਪ੍ਰਾਰਥਨਾ ਕਰੀਏ। ਪ੍ਰੇਮੀ ਪਰਮੇਸ਼ਰ ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਜਿਉਂਦੇ ਵਚਨਾਂ ਵਾਸਤੇ। ਪ੍ਰਭੂ ਅੱਜ ਥੋੜ੍ਹੇ ਸਮੇਂ ਤੇਰੀ ਹਜ਼ੂਰੀ ਵਿੱਚ ਬੈਠ ਕੇ ਤੇਰੇ ਜਿਉਂਦੇ ਵਚਨ ਨੂੰ ਸਿੱਖਣ ਲਈ ਸਮੇਂ ਦੇ ਧੰਨਵਾਦ ਕਰਦੇ ਹਾਂ। ਤੇਰਾ ਵਚਨ ਦੱਸਦਾ ਹੈ ਕਿ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੇ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਵੀ ਸਰੂਪ ਵਿੱਚ ਬਦਲਦੇ ਜਾਓ। ਪ੍ਰਭੂ ਸੱਚਮੁੱਚ ਤੇਰੇ ਲੋਕ ਇਹਨਾਂ ਦਿਨਾਂ ਵਿੱਚ ਬਦਲਦੇ ਜਾਣ, ਆਪਣੀ ਬੁੱਧ ਜਿਹੜੀ ਨਵੀਂ ਬੁੱਧ ਦੇ ਨਾਲ ਬਦਲਦੇ ਜਾਣ, ਔਰ ਤੁਹਾਡੀ ਕਿਰਪਾ ਹੋਏ, ਤੇਰੀ ਦਇਆ ਇਹਨਾਂ ਦੇ ਜੀਵਨਾਂ 'ਤੇ ਬਣੀ ਰਹੇ, ਤਾਂ ਕਿ ਪ੍ਰਾਰਥਨਾ ਵਿੱਚ ਵਧਣ, ਸੰਗਤੀ ਵਿੱਚ ਵਧਣ, ਤੇਰੇ ਵਚਨ ਵਿੱਚ ਵਧਣ ਪ੍ਰਭੂ ਜੀ, ਔਰ ਤੇਰੇ ਕੰਮਾਂ ਵਿੱਚ ਵਧਣ, ਤੇਰੀ ਸੇਵਾ ਵਿੱਚ ਵਧਣ, ਔਰ ਪ੍ਰਭੂ ਜੀ ਤੇਰੀ ਗਵਾਹੀ ਵਿੱਚ ਵਧਣ, ਔਰ ਤਾਂ ਕਿ ਦੂਸਰੇ ਲੋਕਾਂ ਵੱਲ ਨਾ ਦੇਖਣ ਪ੍ਰਭੂ ਜੀ, ਬਲਕਿ ਲੋਕ ਤੇਰੇ ਲੋਕਾਂ ਵੱਲ ਦੇਖਣ ਔਰ ਉਹਨਾਂ ਦੇ ਜੀਵਨ ਬਦਲ ਜਾਣ, ਔਰ ਤੁਹਾਡੀ ਕਿਰਪਾ ਪ੍ਰਭੂ ਤੇਰੇ ਬੱਚਿਆਂ ਦੇ ਉੱਪਰ ਬਣੀ ਜਾਏ। ਅੱਜ ਤੇਰੇ ਸੰਦੇਸ਼ ਨੂੰ ਸੁਣਦੇ ਤੇਰੇ ਬੱਚਿਆਂ 'ਤੇ ਵੱਡੀ ਦਇਆ ਔਰ ਕਿਰਪਾ ਕਰੋ। ਸਭ ਦੇ ਜੀਵਨਾਂ ਨੂੰ ਬਦਲੋ, ਸਭ ਨੂੰ ਪ੍ਰਭੂ ਜੀ ਨਮੂਨੇ ਵਾਲਾ ਜੀਵਨ ਦਿਓ, ਔਰ ਤੇਰੀ ਕਿਰਪਾ ਦਇਆ ਸਭ ਦੇ ਜੀਵਨਾਂ ਉੱਪਰ ਬਣੀ ਰਹੇ। ਦਇਆ ਕਰੋ। ਸਾਡੀ ਪ੍ਰਾਰਥਨਾ ਬੇਨਤੀ ਨੂੰ ਸੁਣਿਆ ਧੰਨਵਾਦ। ਮਸੀਹ ਯਿਸੂ ਦਾ ਨਾਮ ਲੈ ਕੇ ਮੰਗਦੇ ਹਾਂ। ਆਮੀਨ ਆਮੀਨ। परमेश्वर सब नूं बरकत दे। सब नूं जय मसीह की। गॉड ब्लेस यू। जय मसीह।